ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਹੈ ਗਫੂਰ ਸੀ ਉਸਦਾ ਨਾਮ। ਦੂਸਰਾ ਭਾਗ। ਕੁਝ ਚਿਰ ਫੋਨ ਆਉਂਦੇ ਰਹੇ, ਫਿਰ ਘਟ ਗਏ, ਫਿਰ ਉੱਕਾ ਹੀ ਬੰਦ ਹੋ ਗਏ। ਇਸ ਤੋਂ ਪਹਿਲਾਂ ਇੱਕ ਵਾਰੀ ਉਹਨੇ ਫੋਨ ਕੀਤਾ ਕਿ ਜੇ ਤੂੰ ਇਹ ਰਿਸ਼ਤਾ ਖ਼ਤਮ ਨਹੀਂ ਕਰਨਾ ਚਾਹੁੰਦੀ ਤਾਂ ਮੇਰੇ ਮਾਂ-ਪਿਓ ਦੇ ਘਰ ਰਹਿ ਮੈਂ ਸਾਲ 'ਚ ਅੱਧ ਵਾਰ ਚੱਕਰ ਮਾਰ ਲਿਆ ਕਰਾਂਗਾ। ਮੇਰੇ ਮਾਂ-ਪਿਓ ਦੇ ਘਰ ਰਹਿ ਮੈਂ ਸਾਲ 'ਚ ਅੱਧ ਵਾਰ ਚੱਕਰ ਮਾਰ ਲਿਆ ਕਰਾਂਗਾ। ਮੈਂ ਤੈਨੂੰ ਇੱਥੇ ਨਹੀਂ ਬੁਲਾ ਸਕਦਾ। ਜਦੋਂ ਮੈਂ ਇਸ ਗੱਲ ਦਾ ਉਹਨੂੰ ਕੋਈ ਉੱਤਰ ਨਾ ਦਿੱਤਾ ਤਾਂ ਉਹਨੇ 5 ਲੱਖ ਦਾ ਚੈੱਕ ਤੇ ਨਾਲ ਤਲਾਕ ਦੇ ਕਾਗਜ਼ ਮੈਨੂੰ ਭੇਜ ਦਿੱਤੇ। ਮੈਨੂੰ ਇਹ ਸਮਝ ਨਹੀਂ ਸੀ ਲੱਗਦੀ ਕਿ ਮੇਰੇ ਨਾਲ ਕੀ ਵਾਪਰ ਗਿਆ ਤੇ ਕੀ ਵਾਪਰ ਰਿਹਾ ਹੈ। ਚੈੱਕ ਉੱਪਰ ਕਾਟਾ ਮਾਰ ਕੇ ਤੇ ਤਲਾਕ ਦੇ ਕਾਗਜ਼ ਉੱਪਰ ਸਾਈਨ ਕਰਕੇ ਮੈਂ ਉਹਨੂੰ ਵਾਪਸ ਭੇਜ ਦਿੱਤੇ। ਇਹ ਗੱਲ ਮੈਂ ਕਿਸੇ ਨੂੰ ਨਹੀਂ ਦੱਸੀ। ਬੇਜੀ ਤੋਂ ਜਦੋਂ ਕੋਈ ਮੇਰੇ ਬਾਰੇ ਪੁੱਛਦਾ ਤਾਂ ਰੋਣ ਹਾਕੇ ਹੋ ਜਾਂਦੇ। ਉਹ ਆਖਦੇ ਸਨ ਕਿ ਮੇਰੀ ਧੀ ਦੇ ਕਰਮ ਪਤਾ ਨਹੀਂ ਕਿਹੋ ਜਿਹੇ ਲਿਖ ਦਿੱਤੇ ਨੇ। ਮੈਂ ਉਹਨਾਂ ਨੂੰ ਇਹ ਵੀ ਨਹੀਂ ਸੀ ਦੱਸਿਆ ਕਿ ਮੇਰਾ ਤਲਾਕ ਹੋ ਚੁੱਕਿਆ ਹੈ। ਇਹਨਾਂ ਵਰ੍ਹਿਆਂ 'ਚ ਪਿੰਡ ਮਾਂ ਜੀ ਗੁਜ਼ਰ ਗਏ, ਬਾਬਾ ਜੀ ਵੀ ਗੁਜ਼ਰ ਗਏ। ਪਿੰਡੋਂ ਠੇਕਾ ਦੇਣ ਆਏ ਭਗਤੂ ਨੇ ਇੱਕ ਪੋਸਟ ਕਾਰਡ ਲਿਆ ਫੜਾਇਆ। ਇਹ ਪਾਕਿਸਤਾਨ ਤੋਂ ਆਇਆ ਸੀ। ਗਫੂਰ ਨੇ ਪਤਾ ਲਿਖਿਆ ਸੀ ਕਿ ਪਟਿਆਲੇ ਵਾਲਿਆਂ ਦੇ ਘਰ ਪਿੰਡ ਰੱਬੋਂ, ਜ਼ਿਲ੍ਹਾ ਲੁਧਿਆਣਾ। ਪਤਾ ਨਹੀਂ ਇਹ ਕਿਵੇਂ ਘੁੰਮਦਿਆਂ ਸਾਡੇ ਘਰ ਆ ਗਿਆ ਸੀ। ਕਾਰਡ ਵਿੱਚ ਉਹਨੇ ਲਿਖਿਆ ਸੀ ਕਿ ਬਾਬਾ ਜੀ ਮੈਨੂੰ ਆ ਕੇ ਲੈ ਜਾਓ, ਪਿੰਡ ਸਾਡਾ ਲਾਹੌਰ ਦੇ ਨੇੜੇ ਹੀ ਹੈ। ਕਾਰਡ ਪੜ੍ਹਦਿਆਂ ਤਿਪ ਹੰਝੂ ਮੇਰੀਆਂ ਅੱਖਾਂ 'ਚੋਂ ਡਿੱਗਣ ਲੱਗੇ। ਇਹਦਾ ਮਤਲਬ ਗਫੂਰ ਠੀਕ ਠਾਕ ਪਹੁੰਚ ਗਿਆ ਪਾਕਿਸਤਾਨ। ਕਈ ਵਾਰ ਮੈਂ ਮਨ ਹੀ ਮਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਲੰਘ ਕੇ ਲਾਹੌਰ ਦੇ ਕੋਲ ਇੱਕ ਪਿੰਡ ਲੱਭਦੀ ਰਹੀ ਸੀ। ਮੈਨੂੰ ਲੱਗਦਾ ਕਿ ਉਹ ਵੀ ਵੱਡਾ ਹੋ ਗਿਆ ਹੋਣਾ ਹੈ। ਇੱਧਰ ਇਸ ਘਰ ਨਾਲ ਜੋ ਕੁਝ ਬੀਤਿਆ ਪਤਾ ਨਹੀਂ ਕਿਉਂ ਮੈਂ ਗਫੂਰ ਨੂੰ ਦੱਸਣਾ ਚਾਹੁੰਦੀ ਸੀ। 40 ਵਰ੍ਹੇ ਹੋ ਗਏ ਸਨ ਗਫੂਰ ਨੂੰ ਦੇਖਿਆ। ਮੈਨੂੰ ਅਜੇ ਵੀ 11-12 ਸਾਲਾਂ ਦਾ ਮਾੜਕੂ ਜਿਹਾ ਰਾਈਆਂ ਦਾ ਮੁੰਡਾ, ਜਿਹੜਾ ਮੰਗੂ ਕੱਟੀ ਦੇ ਗਲ ਗਾਨੀ ਪਾ ਰਿਹਾ ਸੀ ਤੇ ਫਿਰ ਉਹਦੇ ਗਲ 'ਚ ਬਾਹਾਂ ਪਿਆਰ ਨਾਲ ਪਾ ਕੇ ਇਹ ਆਖਦਾ ਮੇਰੀ ਮੰਗੂ, ਯਾਦ ਆ ਰਿਹਾ ਸੀ। ਮੈਂ ਸੋਚਦੀ ਕਿ ਉਹ ਸਾਡਾ ਘਰ, ਮਾਂ ਜੀ, ਬਾਬਾ ਜੀ ਕਿੱਥੇ ਚਲੇ ਗਏ ਨੇ। ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ। ਕੀ ਵਕਤ ਨੂੰ ਪੁੱਠਾ ਨਹੀਂ ਗੇੜਿਆ ਜਾ ਸਕਦਾ। ਕੀ ਰੂਹਾਂ ਹੁੰਦੀਆਂ ਨੇ। ਕੀ ਕਿਸੇ ਹੋਰ ਜਨਮ 'ਚ ਅਸੀਂ ਸਾਰੇ ਫਿਰ ਮਿਲਾਂਗੇ। ਗਫੂਰ ਕੌਣ ਸੀ। ਪੰਜਾਬ ਨੂੰ ਚੀਰ ਕੇ ਵੰਡ ਕਿਉਂ ਦਿੱਤਾ ਗਿਆ। ਬੇਜੀ ਨੇ ਪੁੱਛਿਆ ਕਿ ਗਫੂਰ ਦਾ ਖੱਤ ਆਇਆ ਸੀ। ਕੀ ਲਿਖਦਾ ਹੈ। ਮੈਨੂੰ ਵੀ ਚੰਦਰਾ ਬੜੀ ਵਾਰੀ ਯਾਦ ਆਉਂਦਾ ਹੈ। ਉਹਦੇ ਵੀ ਪਿਛਲੇ ਜਨਮਾਂ ਦੇ ਸਾਡੇ ਪਰਿਵਾਰ ਨਾਲ ਕੋਈ ਸੰਬੰਧ ਹੋਣੇ ਹੈ। ਹੁਣ ਯਾਦ ਆਉਣ ਵਾਲਿਆਂ 'ਚ ਗਫੂਰ ਵੀ ਰਲ ਗਿਆ ਸੀ ਤੇ ਜ਼ੀਨਤ ਵੀ। ਮੈਨੂੰ ਰੱਬ ਦੀ ਖੇਡ ਸਮਝ ਨਹੀਂ ਸੀ ਲੱਗਦੀ ਕਿ ਲੋਕਾਂ ਦੇ ਪੂਰਾਂ ਦੇ ਪੂਰ ਜੱਗ 'ਤੇ ਆਉਂਦੇ ਨੇ ਤੇ ਲੰਘ ਜਾਂਦੇ ਨੇ। ਜਾਣ ਤੋਂ ਪਹਿਲਾਂ ਕਿਸੇ ਨੂੰ ਚੇਤਾ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਇਸ ਧਰਤੀ ਉੱਪਰ ਕੋਈ ਹੋਰ ਹੀ ਲੋਕ ਰਹਿੰਦੇ ਹੋਣਗੇ। ਮੈਨੂੰ ਤਾਂ ਲੱਗਦਾ ਜਿਵੇਂ ਬਾਜੀਗਰਨੀ ਮਿੱਟੀ ਦੇ ਖਿਡੌਣੇ ਬਣਾ ਰੱਖੀ ਜਾਂਦੀ ਹੈ ਤੇ ਮੁੜ ਅੱਗ 'ਚ ਪੱਕੇ ਕਰਦੀ ਹੈ। ਹਾਰੇ 'ਚ ਰੱਖ ਕੇ ਗਲੀ ਹੋਕਾ ਦਿੰਦੀ ਹੈ, ਲੈ ਲਓ ਕੋਈ ਘੁੱਗੂ ਘੋੜੇ। ਜਵਾਕ ਭੱਜ ਕੇ ਉਹਦੇ ਦੁਆਲੇ ਹੋ ਜਾਂਦੇ ਨੇ। ਬਾਜੀਗਰਨੀ ਮਨ 'ਚ ਹੱਸਦੀ ਹੈ ਕਿ ਬੱਚੇ ਇਹਨਾਂ ਨੂੰ ਜਿਉਂਦੇ ਜਾਗਦੇ ਸਮਝਦੇ ਨੇ। ਅਸਲ 'ਚ ਮਿੱਟੀ ਦੇ ਖਿਡੌਣੇ ਹੀ ਤਾਂ ਹਨ। ਕਦੇ ਮੈਨੂੰ ਲੱਗਦਾ ਕਿ ਰੱਬ ਵੀ ਸਾਡੇ ਨਾਲ ਇਉਂ ਹੀ ਕਰ ਰਿਹਾ। ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫਜ਼ਲ ਤੌਸੀਫ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ 'ਚ ਪਟਿਆਲੇ ਯੂਨੀਵਰਸਿਟੀ ਸਾਡੇ ਘਰ ਆ ਗਈ। ਮੇਰੇ ਕਿਹੜਾ ਮੱਥੇ 'ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫਿਰ ਕਿਹਨੇ ਰੋਕਣਾ ਸੀ। ਉਹਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ। ਲਾਹੌਰ ਦੇ ਆਲੇ ਦੁਆਲੇ ਕਿੰਨੇ ਪਿੰਡ ਨੇ। ਮੈਂ ਤੌਸੀਫ ਨੂੰ ਪੁੱਛਿਆ। ਮੇਰੇ ਮਨ 'ਚ ਗਫੂਰ ਦਾ ਪਿੰਡ ਸੀ। ਕਈ ਨੇ। ਉਹਨਾਂ ਪਿੰਡਾਂ 'ਚੋਂ ਜੇ ਕਿਸੇ ਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ। ਮੈਂ ਪੁੱਛਿਆ। ਤੂੰ ਕਿਹਨੂੰ ਲੱਭਣਾ। ਪਾਰਟੀਸ਼ਨ ਤੋਂ ਪਹਿਲਾਂ ਸਾਡੇ ਘਰ 11-12 ਸਾਲਾਂ ਦਾ ਕੰਮ ਕਰਨ ਵਾਲਾ ਲੜਕਾ ਗਫੂਰ ਰਹਿੰਦਾ ਸੀ। ਚੰਦਰਾ ਬੜੀ ਵਾਰੀ ਯਾਦ ਆ ਜਾਂਦਾ ਹੈ। ਕਈ ਵਰ੍ਹਿਆਂ ਮਗਰੋਂ ਉਹਨੇ ਬਾਬਾ ਜੀ ਦੇ ਨਾਂ 'ਤੇ ਪੋਸਟ ਕਾਰਡ ਪਾਇਆ ਸੀ ਜਿਸ 'ਚ ਲਿਖਿਆ ਸੀ ਸਾਡਾ ਪਿੰਡ ਲਾਹੌਰ ਦੇ ਨੇੜੇ ਹੀ ਹੈ, ਪਰ ਉਹਨੇ ਪਿੰਡ ਦਾ ਨਾਂ ਨਹੀਂ ਸੀ ਲਿਖਿਆ। ਬੜਾ ਮਨ ਕਰਦਾ ਗਫੂਰ ਦਾ ਕਿਸੇ ਤਰ੍ਹਾਂ ਨਾਲ ਪਤਾ ਲੱਗ ਜਾਏ। ਉਹਦੇ ਅੱਬਾ ਦਾ ਕੀ ਨਾਂ ਸੀ। ਪਤਾ ਨਹੀਂ, ਇੰਨਾ ਕੁ ਪਤਾ ਹੈ ਕਿ ਉਹਦਾ ਪਿੰਡ ਮੰਡੀਆਂ ਸੀ। ਉਹਦਾ ਅੱਬਾ ਬੜਾ ਗਰੀਬ ਅਰਾਈ ਸੀ। ਆਖਦਾ ਸੀ ਗਫੂਰ ਤੁਹਾਡੇ ਇੱਥੇ ਰਹਿ ਕੇ ਰੱਜ ਕੇ ਰੋਟੀ ਤਾਂ ਖਾਊਗਾ। ਹੌਲੀ ਉਹ ਸਭ ਕੁਝ ਭੁੱਲ ਕੇ ਸਾਡੇ ਘਰ ਨੂੰ ਆਪਣਾ ਘਰ ਸਮਝਣ ਲੱਗ ਪਿਆ ਸੀ। ਤੂੰ ਕਿੱਡੀ ਸੀ ਉਦੋਂ। ਗਫੂਰ ਜਿੱਡੀ ਸੀ, 10-11 ਸਾਲਾਂ ਦੀ। ਬਿਨਾਂ ਕਿਸੇ ਅਤੇ ਪਤੇ ਤੋਂ ਇਉਂ ਕਿਵੇਂ ਲੱਭਿਆ ਜਾਊਗਾ। ਤੌਸੀਫ ਨੇ ਜਦੋਂ ਇਹ ਕਿਹਾ ਤਾਂ ਮੇਰੇ ਮਨ ਨੂੰ ਬੜੀ ਬੇਚੈਨੀ ਲੱਗੀ।
ਤੌਸੀਫ ਆਖਣ ਲੱਗੀ, ਇੱਥੇ ਜਲੰਧਰ ਕੋਲ ਸਾਡਾ ਵੀ ਇੱਕ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ 'ਚ ਸਿੱਟਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਕਿ ਆਪਣੇ ਪੇਕਿਆਂ ਦੀ ਧਰਤੀ ਦੇਖਣ ਦਾ। ਤੂੰ ਸੁਣਾ, ਤੇਰਾ ਕੀ ਹਾਲ ਹੈ? ਅਮਰਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕਿਹਨੂੰ ਮਿਲਣ ਜਾਵਾਂ। ਉਹਨੇ ਤੇਰਾ ਨਾਂ ਲਿਆ ਸੀ। ਚੰਗਾ ਕੀਤਾ ਹੁਣ ਸਾਡੇ ਕੋਲ ਰਹਿਣਾ 2-4 ਦਿਨ, ਮੈਂ ਕਿਹਾ। ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ, ਇੱਕ ਅੱਧਾ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋਸੀ? ਉਹਨੇ ਪੁੱਛਿਆ। ਫਿਰ ਕਹਿਣ ਲੱਗੀ, ਉਂਝ ਮੈਂ ਆਪੇ ਹੀ ਸੋਚ ਲਿਆ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਏਗਾ ਨਹੀਂ ਜਿਹੜਾ ਤੈਨੂੰ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰੇ ਰੱਖ ਲਿਆ। ਤੇਰਾ ਬਸ ਇੱਕੋ ਬੇਟਾ ਹੈ ਨਾ? ਹਾਂ, ਬਹੁਤ ਸਾਊ ਹੈ, ਮੈਂ ਕਿਹਾ। ਉਹ ਹੱਸ ਪਈ ਤੇ ਕਹਿਣ ਲੱਗੀ, ਮੇਰਾ ਵੀ ਇੱਕ ਬੇਟਾ ਹੈ, ਬਹੁਤ ਸ਼ਰੀਫ। ਉਹਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ, ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ, ਨੋਟ ਤੁੜਵਾਇਆ ਤਾਂ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ। ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਹਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ ਦਾ ਖਿਆਲ ਹੀ ਨਹੀਂ। ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ? ਤੁਹਾਡੀਆਂ ਮੈਂ ਕਹਾਣੀਆਂ ਦੀਆਂ 3 ਕਿਤਾਬਾਂ ਪੜ੍ਹੀਆਂ ਨੇ, ਮੈਂ ਕਿਹਾ। ਮੈਨੂੰ ਪਤਾ ਮੈਂ ਚੰਗਾ ਲਿਖਦੀ ਹਾਂ। ਉਂਝ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ, ਪਰ ਫਿਰ ਵੀ ਮੈਨੂੰ ਪਤਾ ਮੈਂ ਚੰਗਾ ਲਿਖਦੀ ਹਾਂ। ਉਂਝ ਤਾਂ ਰੱਬ ਦਾ ਦਿੱਤਾ ਸਭ ਕੁਝ ਹੈ, ਪਰ ਫਿਰ ਵੀ ਇੱਕ ਖੋਜ ਹੀ ਪੈਂਦੀ ਰਹਿੰਦੀ ਹੈ। ਜੀ ਕਰਦਾ ਸਮਾਂ ਪੁੱਠਾ ਭੌਂ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ, ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਏ। ਇਸ ਵਾਰੀ ਤਾਂ ਨਹੀਂ, ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ 'ਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸੀ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ, ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਬਰਾਂ ਅੱਜ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ 'ਚ ਪਈਆਂ ਹੋਣ, ਤੌਸੀਫ ਨੇ ਕਿਹਾ। ਤੌਸੀਫ ਸੋਚ ਕੇ ਇਹ ਅਜੀਬ ਲੱਗਦਾ ਹੈ, ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ, ਮੈਂ ਕਿਹਾ। ਤੌਸੀਫ ਨੇ ਕਿਹਾ, ਦਿਨੇ ਤਾਂ ਕੰਮਾਂ ਧੰਦਿਆਂ 'ਚ ਭੁੱਲ ਜਾਂਦਾ ਹੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਏ ਤਾਂ ਮੈਂ ਇੱਧਰ ਹੀ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦਾ ਹੈ, ਉਹ ਤਾਂ ਇੱਕ ਡਰਾਉਣਾ ਸੁਪਨਾ ਸੀ। ਮੇਰੇ ਕੋਲ ਤੌਸੀਫ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲਾਂ ਔਰਤਾਂ ਨੂੰ ਹੀ ਕੱਢੀਆਂ ਜਾਂਦੀਆਂ ਨੇ। ਉਹਨਾਂ ਦਾ ਸਾਰਾ ਵਹਿਸ਼ੀਪਨ ਵੀ ਤਾਂ ਔਰਤਾਂ ਉੱਪਰ ਹੀ ਨਿਕਲਦਾ। ਉਹ ਇਸ ਤਰ੍ਹਾਂ ਕਿਉਂ? ਇਸ ਲਈ ਕਿ ਔਰਤਾਂ ਆਦਮੀਆਂ ਦੇ ਮੁਕਾਬਲੇ 'ਚ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ 'ਚ ਬਹੁਤ ਹੀ ਡਰ ਜਾਂਦੀਆਂ ਨੇ। ਮੈਂ ਉੱਤਰ ਦਿੱਤਾ, ਤੁਹਾਡੇ ਗੁਰੂਆਂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮਾਂ ਦਾ ਟਾਕਰਾ ਕਰ ਸਕਣ। ਤੌਸੀਫ ਬੋਲੀ। ਉਸ ਰਾਤ ਤੌਸੀਫ ਮੇਰੇ ਨਾਲ ਬੜੀ ਰਾਤ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ। ਤੌਸੀਫ ਨੇ ਕਿਹਾ, ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ ਬਣਾ ਗਏ ਨੇ ਵੀ ਆਪਸ 'ਚ ਲੜੀ ਜਾਓ, ਮਰੀ ਜਾਓ। ਇਉਂ ਤੌਸੀਫ ਸਾਡੇ ਕੋਲ 2 ਦਿਨ ਰਹੀ। ਜਾਣ ਤੋਂ ਪਹਿਲਾਂ ਉਹਨੇ ਆਖਿਆ, ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ 'ਚ ਤੇ ਤੇਰੇ ਘਰ 'ਚ, ਤੂੰ ਮੈਨੂੰ ਹਮੇਸ਼ਾ ਲਈ ਇੱਥੇ ਰੱਖ ਲੈ। ਉਹਨੇ ਜਿਵੇਂ ਤਰਲੇ ਵਾਂਗ ਆਖਿਆ। ਮੇਰੇ ਵੱਸ ਹੋਵੇ ਤਾਂ ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ, ਮੈਂ ਕਿਹਾ। ਹੋ ਸਕਦਾ 100-200 ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਇਸ ਧਰਤੀ 'ਤੇ ਲੋਕ ਵਸਦੇ ਹੋਣ। ਫਿਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ, ਮੈਂ ਕਿਹਾ। ਤੀਸਰੇ ਦਿਨ ਜਦੋਂ ਜਾਣ ਲੱਗੀ ਤਾਂ ਮੈਂ ਉਹਨੂੰ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ। ਇਹ ਕੀ ਹੈ? ਉਹਨੇ ਪੁੱਛਿਆ। ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ। ਇਹ ਸੁਣ ਕੇ ਉਹਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ਤੂੰ ਵੀ ਕਦੇ ਉੱਧਰ ਮੇਰੇ ਘਰ ਆ। ਠੀਕ ਹੈ, ਮੈਂ ਆਵਾਂਗੀ। ਮੈਂ ਇਹ ਕਹਿ ਕੇ ਉਹਨੂੰ ਆਪਣੀ ਕਾਰ 'ਚ ਦਿੱਲੀ ਭੇਜ ਦਿੱਤਾ, ਕਿਉਂਕਿ ਉਹਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ। ਕਈ ਸਾਲ ਲੰਘ ਗਏ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਲਾਹੌਰ 'ਚ ਇੱਕ ਕਾਨਫਰੰਸ ਹੋ ਰਹੀ ਹੈ ਜਿਹਦਾ ਪ੍ਰਬੰਧ ਫਖਰ ਜ਼ਮਾਨ ਕਰ ਰਿਹਾ ਹੈ। ਉਸ 'ਚ ਮੈਨੂੰ ਵੀ ਸੱਦਿਆ ਗਿਆ ਸੀ। ਗਫੂਰ ਬਾਰੇ ਸੋਚ ਕੇ ਮੈਂ ਪਾਕਿਸਤਾਨ ਜਾਣ ਲਈ ਹਾਂ ਕਰ ਦਿੱਤੀ। ਪਾਸਪੋਰਟ ਵੀ ਬਣਵਾ ਲਿਆ। ਗਫੂਰ ਦੇ ਪਰਿਵਾਰ ਬਾਰੇ ਆਪੇ ਸੋਚ ਕੇ ਉਹਦੀ ਵਹੁਟੀ ਬੱਚੇ ਹੋਣਗੇ, ਮੈਂ ਕੁਝ ਚੀਜ਼ਾਂ ਖਰੀਦ ਕੇ ਟੈਚੀ ਕੇਸ 'ਚ ਰੱਖ ਲਈਆਂ। ਕਾਨਫਰੰਸ 'ਚ ਪਹੁੰਚਣ ਤੱਕ ਮੈਨੂੰ ਬਾਰ-ਬਾਰ ਗਫੂਰ ਦਾ ਖਿਆਲ ਆਉਂਦਾ ਰਿਹਾ। ਜ਼ੀਨਤ ਦੀ ਵੀ ਯਾਦ ਆਈ ਸੀ, ਪਰ ਉਹਦਾ ਕੋਈ ਅਤਾ ਪਤਾ ਨਾ ਹੋਣ ਕਰਕੇ ਕਿਸੇ ਤੋਂ ਉਹਦੇ ਬਾਰੇ ਕੀ ਪੁੱਛਦੀ। ਇੱਕ ਅੰਗਰੇਜ਼ਾਂ ਵੇਲੇ ਦੇ ਆਲੀਸ਼ਾਨ ਮਹਿੰਗੇ ਹੋਟਲ 'ਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ ਖਾਣ ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ। ਸਿਰਫ ਬੈਠੀ ਅਸੀਂ ਪੱਲਿਓਂ ਪੀਣੀ ਸੀ। ਉੱਥੇ ਪਹੁੰਚ ਕੇ ਮੈਂ ਪ੍ਰਬੰਧਕਾਂ ਵਿੱਚੋਂ ਇੱਕ ਨੂੰ ਗਫੂਰ ਬਾਰੇ ਦੱਸ ਕੇ ਪੁੱਛਿਆ ਕਿ ਕੀ ਗਫੂਰ ਨੂੰ ਕਿਸੇ ਤਰ੍ਹਾਂ ਇੱਥੇ ਸੱਦਿਆ ਜਾ ਸਕਦਾ ਹੈ।
ਉਹ ਲਾਹੌਰ ਦੇ ਨੇੜੇ ਕਿਸੇ ਪਿੰਡ 'ਚ ਰਹਿ ਰਿਹਾ ਹੈ। ਮੇਰੀ ਆਵਾਜ਼ 'ਚ ਸ਼ਾਇਦ ਕੋਈ ਤਰਲਾ ਸੀ। ਉਹਨੇ ਆਖਿਆ ਕਿ ਮੈਂ 2-4 ਬੰਦਿਆਂ ਨੂੰ ਮੋਟਰਸਾਈਕਲ 'ਤੇ ਭੇਜ ਦਿਆਂਗਾ, ਉਹ ਗਫੂਰ ਨੂੰ ਲੱਭ ਲੈਣਗੇ। ਮੈਂ ਦੱਸਿਆ ਕਿ ਉਸ ਪਿੰਡ 'ਚ ਜਾ ਕੇ ਪੁੱਛਣਾ ਕਿ ਮੰਡੀਆਂ ਪਿੰਡ ਦਾ ਰੱਬੋਂ ਤੋਂ ਆਇਆ ਗਫੂਰ ਕਿਹੜਾ ਹੈ। ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ 'ਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬਹਿਰਾ 2 ਕੱਪ ਚਾਹ ਲੈ ਕੇ ਆਇਆ। ਕੱਪ ਲੈਣ ਆਏ ਬਹਿਰੇ ਦੀ ਟਰੇ 'ਚ ਮੈਂ 100 ਦਾ ਨੋਟ ਰੱਖ ਦਿੱਤਾ ਅਤੇ ਉਹ ਸਲਾਮ ਕਰਕੇ ਚਲਾ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ, ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ ਕੀ? ਮੈਂ ਆਖਿਆ ਪਤਾ ਨਹੀਂ। ਉਹਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਇੱਥੇ ਇੱਕ ਚਾਹ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ 'ਤੇ ਉਹਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਕੱਪ ਚਾਹ ਦਾ 40 ਰੁਪਏ ਦਾ। ਮੈਂ ਹੱਸ ਕੇ ਕਿਹਾ, ਤਾਂ ਹੀ ਸਵੇਰੇ ਬਹਿਰਾ 80 ਰੁਪਏ ਦੇ ਚਾਹ ਦੇ 2 ਕੱਪ ਅਤੇ 20 ਰੁਪਏ ਟਿਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਾ ਗਿਆ। ਮੈਂ ਤਾਂ ਸੋਚਿਆ ਸੀ ਕੱਲ੍ਹ ਨੂੰ ਬੈਟੀ ਦੇ ਪੈਸੇ ਮੈਂ ਦੇ ਦਿਆਂਗੀ, ਪਰ ਨਾ ਬਾਬਾ ਨਾ, ਕੱਲ੍ਹ ਆਪਾਂ ਬੈਟੀ ਮੰਗਵਾਉਣੀ ਨਹੀਂ। ਕਿਹੜਾ 100 ਰੁਪਏ 'ਚ ਚਾਹ ਦੇ 2 ਕੱਪ ਮੰਗਵਾਈ? ਹਰਜਿੰਦਰ ਕੌਰ ਨੇ ਦਲੀਲ ਦਿੱਤੀ। ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਅਤੇ ਰੋਟੀ ਪਾਣੀ 'ਤੇ ਕਿੰਨਾ ਖਰਚ ਕਰਦੇ ਹੋਣਗੇ, ਅਤੇ 100 ਰੁਪਏ ਬਚਾਉਣ ਲਈ ਬੈਟੀ ਨਾ ਪੀਏ, ਇਹ ਚੰਗਾ ਨਹੀਂ ਲੱਗਣਾ। ਮੈਂ ਕਿਹਾ। ਕਾਨਫਰੰਸ ਦਾ ਪਹਿਲਾ ਸੈਸ਼ਨ ਖਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖਬਾਰ 'ਚ ਡੈਲੀਗੇਟਾਂ ਦੀ ਲਿਸਟ 'ਚ ਤੁਹਾਡਾ ਨਾਮ ਪੜ੍ਹ ਕੇ ਇੱਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ। ਅਸੀਂ ਤਾਂ ਬੜੇ ਖੁਸ਼ ਹੋਏ ਜਦ ਪਤਾ ਲੱਗਿਆ ਕਿ ਸਾਡੀ ਆਪਾ ਆਈਏ, ਇਸੇ ਲਈ ਮਿਲਣ ਆ ਗਏ ਹਾਂ। ਦਾਨੇ ਸਿਆਣੇ ਅਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬ ਦੀਆਂ ਡੋਡੀਆਂ ਦਾ ਗੁਲਦਸਤਾ ਅਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ। ਇੱਕ ਨੇ ਕਿਹਾ, ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇੱਧਰ ਉੱਧਰ ਆਉਂਦੇ ਜਾਂਦੇ ਰਹੀਏ ਅਤੇ ਮਿਲਦੇ ਰਹੀਏ। ਮੈਂ ਦੱਸਿਆ, ਉੱਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ, ਤੁਸੀਂ ਉਹਦੇ ਮੈਂਬਰ ਬਣ ਜਾਓ, ਫਿਰ ਆਉਣਾ ਜਾਣਾ ਸੌਖਾ ਹੋ ਜਾਏਗਾ। ਠੀਕ ਹੈ, ਫਾਰਮ ਸਾਨੂੰ ਭਿਜਵਾ ਦਿਓ, ਇੱਕ ਬੋਲਿਆ। ਫਿਰ ਕਾਫੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮੈਂ ਕਿਹਾ, ਇਹ ਕੇਕ ਹੁਣੇ ਕੱਟ ਲੈਂਦੇ ਹਾਂ, ਮੈਂ ਨਾਲ ਲੈ ਕੇ ਨਹੀਂ ਜਾ ਸਕਣਾ, ਤੁਸੀਂ ਹੇਠਾਂ ਦੇ ਦੇਣਾ, ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ, ਇੱਕ ਬੋਲਿਆ। ਫਿਰ ਉਹਨਾਂ 'ਚੋਂ ਇੱਕ ਨੇ ਕਿਹਾ, ਆਪਾਂ ਕੱਲ੍ਹ ਸਰਗੋਦਾ ਚੱਲਦੇ ਹਾਂ ਮੇਰੇ ਪਿੰਡ। ਮੇਰੇ ਕੋਲ ਤਾਂ ਵੀਜ਼ਾ ਸਿਰਫ ਲਾਹੌਰ ਦਾ। ਮੈਂ ਦੱਸਿਆ, ਜਦ ਇਹ ਤੁਹਾਡੇ ਨਾਲ ਹੋਣਗੇ ਤਾਂ ਵੀਜ਼ਾ ਪੁੱਛਣ ਦੀ ਕਿਹਦੀ ਮਜ਼ਾਲ ਹੈ? ਪੁਲਿਸ ਵਾਲੇ ਤੁਹਾਨੂੰ ਆਪ ਐਸਕੌਟ ਕਰਕੇ ਲੈ ਕੇ ਜਾਣਗੇ। ਉਹਨੇ ਕਿਹਾ, ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ਅਗਲੀ ਵਾਰੀ ਆਵਾਂਗੀ ਸਰਗੋਦੇ। ਜਾਣ ਲੱਗਿਆ ਉਹਨਾਂ ਵਿੱਚੋਂ ਇੱਕ ਤਕੜੇ ਜਿਹੇ 40 ਤੋਂ ਉੱਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ਇਹਨਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਇੱਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੋਗੇ। ਮੈਂ ਧੰਨਵਾਦ ਕੀਤਾ ਅਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ। ਗਫੂਰ ਦੇ ਲੱਭਣ ਦੇ ਕੰਮ 'ਚ ਅੱਜ ਕੋਈ ਸਫਲਤਾ ਨਹੀਂ ਮਿਲੀ। ਅਗਲੇ ਦਿਨ ਦੇ ਸੈਸ਼ਨ ਤੋਂ ਮਗਰੋਂ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਦੇ ਸਾਹਮਣੇ ਮੈਨੂੰ ਅਤੇ ਹਰਜਿੰਦਰ ਕੌਰ ਨੂੰ ਮਿਲਿਆ ਅਤੇ ਪੁੱਛਿਆ, ਆਪਾਂ ਕਿੱਥੇ ਜਾਣਾ ਚਾਹੋਗੇ? ਉਂਝ ਮਲਿਕ ਸਾਹਿਬ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ, ਪਹਿਲਾਂ ਕੁਝ ਥਾਵਾਂ ਦੇਖ ਲਓ, ਫਿਰ ਉੱਧਰ ਚਲਾਂਗੇ। ਉਹਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫਿਰ ਕਿਸੇ ਦੇ ਘਰ ਲੈ ਕੇ ਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਿਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਤੋਂ ਮਗਰੋਂ ਮਲਿਕ ਸਾਹਿਬ ਦੇ ਘਰ ਲੈ ਗਿਆ। ਘਰ ਕੀ ਸੀ? ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ ਗਾਰਡ, ਮਹਿਲ ਵਰਗੀ ਘਰ ਦੀ ਸਜਾਵਟ ਅਤੇ ਫਰਨੀਚਰ। ਡਰਾਇੰਗ ਰੂਮ 'ਚ 3-4 ਬੰਦੇ ਸਨ ਜੋ ਤਪਾਕ ਨਾਲ ਮਿਲੇ। ਵੀ ਆਰ ਪ੍ਰਾਊਡ ਆਫ ਆਪਾ। ਚਾਂਦੀ ਦੇ ਬਰਤਨਾਂ 'ਚ ਚਾਹ ਆ ਗਈ। ਮੈਂ ਇੱਧਰ ਉੱਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ। ਆਖਣ ਲੱਗਿਆ, ਆਪਾ ਬੇਗਮ ਨੂੰ ਜਨਾਨਖਾਨੇ 'ਚ ਜਾ ਕੇ ਮਿਲਣਾ ਪਵੇਗਾ। ਚਾਹ ਪੀਣ ਮਗਰੋਂ ਬਹਿਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ। ਬੇਗਮ ਨੇ ਛੋਟੇ ਛੋਟੇ 2 ਬੱਚਿਆਂ ਨੂੰ ਆਖਿਆ, ਆਪਕੀ ਬੂਆ ਇੰਡੀਆ ਸੇ ਆਈ ਹੈ। ਉਹ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ। ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ। ਉਹਨੇ ਮੇਰਾ ਹੱਥ ਫੜਦਿਆਂ ਆਖਿਆ, ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤੱਕ ਦਾ ਹੀ ਹੈ, ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ। ਮੈਂ ਕਿਹਾ, ਤੁਸੀਂ ਵੀ ਕਦੇ ਆਓ। ਮੈਂ ਫਿਰ ਕਿਹਾ, हम गए हैं 2 बार, मगर दिल्ली से घूम फिर के वापस आ जाते हैं, हमारा उधर कोई है ही नहीं, हम तो शुरू से ही इधर है। बेगम बोली। फिर उन्हें खानसामे नूं आख्या कि आपा को कुछ खिलाओ, मुँह मीठा कराओ। खानसामा एक प्लेट 'ਚ पिस्ते काजू ਦੀ ਵਰਕਾਂ ਵਾਲੀ ਬਰਫੀ ਲੈ ਆਇਆ। ਫਿਰ ਬੇਗਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਕੇ ਆਈ ਅਤੇ ਕਿਹਾ, ਇਹ ਹਮਾਰੀ ਤਰਫ ਸੇ ਆਪਕਾ ਸ਼ੁਕਰੀਆ, ਆਪ ਹਮਾਰੇ ਘਰ ਮੇਂ ਆਈ। ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ। ਜਦੋਂ ਮੈਂ ਹੋਟਲ ਪਹੁੰਚੀ, ਗਫੂਰ ਦਾ ਪਤਾ ਲੱਭਣ ਵਾਲਿਆਂ ਨੇ ਦੱਸਿਆ ਕਿ ਅਜੇ ਉਸ ਬਾਰੇ ਕੋਈ ਪਤਾ ਨਹੀਂ ਲੱਗਿਆ, ਕੱਲ੍ਹ ਨੂੰ ਦੂਜੇ ਪਿੰਡਾਂ 'ਚ ਜਾ ਕੇ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਗਲੇ ਦਿਨ ਸੈਸ਼ਨ ਤੋਂ ਮਗਰੋਂ ਜਦੋਂ
ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ਅੱਜ ਕਿੱਥੇ ਚੱਲਣਾ ਜੀ? ਹਰਜਿੰਦਰ ਨੇ ਕਿਹਾ, ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚਲੋ, ਉੱਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ। ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ। ਉਹਨੇ ਕਿਹਾ, ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ, ਮੈਂ ਇੱਥੇ ਵੇਟ ਕਰਾਂਗਾ, ਤੁਸੀਂ ਅੱਗੇ ਜਾ ਕੇ ਸੂਟ ਲੈ ਆਓ। ਉਸ ਭੀੜੀ ਸੜਕ ਦੇ ਦੋਨੋਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ 2-3 ਦੁਕਾਨਾਂ 'ਤੇ ਚਿਕਨ ਵੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ। ਹਰਜਿੰਦਰ ਨੇ ਕਿਹਾ, ਐਡੀ ਮਹਿੰਗੀ ਚਿਕਨ ਕੀ ਕਰਨੀ ਹੈ? ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕੇ ਕਾਰ ਵਾਲੇ ਭਾਈ ਨੇ ਕਿਹਾ, ਤੁਸੀਂ 5 ਮਿੰਟ ਬੈਠੋ, ਮੈਂ ਹੁਣੇ ਆਇਆ। ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ। ਆਪਾਂ ਅੱਜ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ 'ਤੇ ਵੀ ਜਾਣਾ, ਭੁੱਲ ਨਾ ਜਾਇਓ, ਹਰਜਿੰਦਰ ਕੌਰ ਨੇ ਮੈਨੂੰ ਕਿਹਾ। ਭੁੱਲਣਾ ਕੀ ਹੈ? ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰਕੇ ਗਿਆ ਕਿ 7 ਵਜੇ ਸਾਨੂੰ ਉਹਦੇ ਘਰ ਲੈ ਜਾਵੇ। ਵੈਸੇ ਕਿੰਨਾ ਚੰਗਾ ਹੈ ਭਾਈ, ਮੈਂ ਕਿਹਾ। ਇੱਥੋਂ ਦੇ ਲੋਕਾਂ ਦਾ ਮੋਹ ਪਿਆਰ ਵੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ, ਹਰਜਿੰਦਰ ਨੇ ਕਿਹਾ। ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਹੈ, ਕਿਸੇ ਨਾਲ ਭਾਜੀ ਨਾ ਜਾਏ, ਮੈਂ ਹੱਸ ਕੇ ਕਿਹਾ। ਇੰਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ। ਉਹਦੇ ਹੱਥ 'ਚ 2 ਲਿਫਾਫੇ ਸੀ। ਉਹਨੇ ਕਾਰ 'ਚ ਬੈਠਣ ਤੋਂ ਪਹਿਲਾਂ ਉਹ ਲਿਫਾਫੇ ਮੈਨੂੰ ਫੜਾਉਂਦਿਆਂ ਆਖਿਆ ਕਿ ਆਪਾਂ ਇਹ ਸੂਟ ਤੁਹਾਡੇ ਦੋਵਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਹਦਾ ਧੰਨਵਾਦ ਕਿਵੇਂ ਕਰਾਂ। ਹਰਜਿੰਦਰ ਨੇ ਦੋਹੇ ਲਿਫਾਫੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ 2 ਸੂਟ ਸਨ। ਉੱਥੋਂ ਹੀ ਤੌਸੀਫ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ? ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ। ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ, ਮੈਂ ਕਿਹਾ। ਇਹ ਤੋਂ ਮਗਰੋਂ ਅਸੀਂ ਤੌਸੀਫ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਰਦਾਰੀ ਕਰਾਂ, ਮੇਰੇ ਪੇਕਿਆਂ ਤੋਂ ਆਏ ਹੋ, ਉਹਨੇ ਕਿਹਾ। ਸੂਟ ਸਾਨੂੰ ਮਿਲ ਗਏ ਨੇ, ਤੁਹਾਡਾ ਪਿਆਰ ਹੀ ਬਹੁਤ ਹੈ, ਮੈਂ ਕਿਹਾ। ਉਹਨੇ ਪਲਾਸਟਿਕ ਦੀ ਸੱਚੀ ਮੁੱਚੀ ਦੇ ਦਿਸਦੇ ਫਰੂਟਾਂ ਦੀ ਟੋਕਰੀ ਦਿੱਤੀ, ਗੋਲਡਨ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਅਤੇ ਆਪਣੀ ਪਸੰਦ ਦਾ ਅਤ ਸਵਾਦ ਖਾਣਾ ਖਵਾਇਆ ਅਤੇ ਅੱਖਾਂ ਭਰ ਕੇ ਆਖਣ ਲੱਗੀ, ਮੇਰਾ ਜੀਅ ਕਰਦਾ ਹੈ, ਮੇਰਾ ਕੀ ਸਭ ਦਾ ਜੀਅ ਕਰਦਾ ਹੈ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਏ, ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਏ। ਜਿਹੜੇ ਵੱਡੇ ਟੁੱਕੇ 'ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ, ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ। ਤੌਸੀਫ ਇੱਧਰਲੇ ਲੋਕ ਵੀ ਅਤੇ ਉੱਧਰਲੇ ਲੋਕ ਵੀ ਦੁਆ ਕਰਦੇ ਨੇ, ਖਬਰੇ ਰੱਬ ਕਦੇ ਸੁਣ ਹੀ ਲਵੇ। ਮੈਂ ਉਹਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ ਪਰ ਉਹਦਾ ਰੋਣਾ ਥੰਮਦਾ ਹੀ ਨਹੀਂ ਸੀ। ਕਰਨਲ ਟਿਵਾਣੇ ਦੇ ਘਰ ਰਾਤ ਨੂੰ ਜਾਣਾ ਸੀ। ਮੈਨੂੰ ਤੌਸੀਫ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਵਾਂ 'ਤੇ ਜਾਣਾ ਸੀ। ਜਾਣ ਤੋਂ ਪਹਿਲਾਂ ਮੈਂ ਉਹਨੂੰ ਕਿਹਾ ਕਿ ਟਾਈਮ ਸਿਰ ਮੁੜ ਆਵੇਂ। ਉਹ ਕਾਰ ਵਾਲੇ ਨਾਲ ਚਲੀ ਗਈ। ਉਹਦੇ ਜਾਣ ਮਗਰੋਂ ਮੈਂ ਤੌਸੀਫ ਨੂੰ ਕਿਹਾ, ਇਹ ਟਿਵਾਣੇ ਮੇਰਾ ਕੁਝ ਵੱਧ ਹੀ ਕਰ ਰਹੇ ਨੇ। ਨਹੀਂ, ਉੱਧਰੋਂ ਆਏ ਸਾਰੇ ਲੋਕਾਂ ਦਾ ਇੰਨਾ ਹੀ ਕਰਦੇ ਨੇ, ਜਿਵੇਂ ਵਰ੍ਹਿਆਂ ਤੋਂ ਵਿਛੜੇ ਮਾਂ ਪਿਓ ਜਾਏ ਮਿਲੇ ਹੋਣ, ਤੌਸੀਫ ਬੋਲੀ। ਦੂਜੇ ਪਾਸੇ ਹਿੰਦੁਸਤਾਨ ਅਤੇ ਪਾਕਿਸਤਾਨ ਆਪਸ 'ਚ ਲੜਾਈਆਂ ਕਰਦੇ ਰਹਿੰਦੇ ਨੇ, ਮੈਂ ਕਿਹਾ। ਲੜਾਈਆਂ ਲੋਕ ਥੋੜ੍ਹਾ ਕਰਦੇ ਨੇ ਜਾਂ ਕਰਾਉਂਦੇ ਨੇ, ਇਹ ਤਾਂ ਪੋਲੀਟੀਸ਼ੀਅਨ ਆਪਣੇ ਫਾਇਦਿਆਂ ਲਈ ਕਰਾਉਂਦੇ ਨੇ। ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਦੇ ਆਪਣੇ ਪੁੱਤਰ ਨਾ ਲੜਾਈਆਂ 'ਚ ਜਾਂਦੇ ਨੇ ਅਤੇ ਨਾ ਲੜਾਈਆਂ 'ਚ ਮਰਦੇ ਨੇ, ਇਸ ਲਈ ਲੜਾਈਆਂ ਉਹਨਾਂ ਲਈ ਇੱਕ ਖੇਡ ਹੈ। ਦੁੱਖ ਤਾਂ ਤੁਹਾਨੂੰ ਹੁੰਦਾ ਹੈ ਜਿਨ੍ਹਾਂ ਦੇ ਬੰਦੇ ਇਹਨਾਂ ਦੀ ਇਸ ਖੇਡ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਨੇ ਅਤੇ ਉੱਜੜ ਜਾਂਦੇ ਨੇ। ਤੌਸੀਫ ਨੇ ਜਦੋਂ ਕਿਹਾ ਤਾਂ ਮੈਨੂੰ ਲੱਗਿਆ ਕਿ ਸੱਚ ਆਖਦੀ ਹੈ ਤੌਸੀਫ। ਹੋਟਲ ਤੋਂ ਮੈਨੂੰ ਪ੍ਰਬੰਧਕ ਦਾ ਫੋਨ ਆਇਆ ਕਿ ਗਫੂਰ ਦਾ ਪਤਾ ਲੱਗ ਗਿਆ। ਹੋਟਲ ਪਹੁੰਚ ਕੇ ਉਸੇ ਪ੍ਰਬੰਧਕ ਨੇ ਮੈਨੂੰ ਆ ਕੇ ਦੱਸਿਆ ਕਿ ਗਫੂਰ ਆਇਆ। ਮੈਂ ਆਖਿਆ, ਇੱਥੇ ਬੁਲਾ ਦਿਓ। ਕੁਝ ਚਿਰ ਮਗਰੋਂ ਇੱਕ ਮਾੜੀਆ ਜਿਹਾ ਬੁੱਢਾ ਧੋਤੀ ਕੁੜਤਾ ਪਾਈ, ਸਿਰ 'ਤੇ ਇੱਕ ਸਾਫੀ ਲਪੇਟੀ ਮੇਰੇ ਸਾਹਮਣੇ ਖੜ੍ਹਾ ਸੀ। ਗਫੂਰ, ਮੈਂ ਜਦੋਂ ਆਖਿਆ ਤਾਂ ਉਹ ਤਰਬਕ ਕੇ ਮੇਰੇ ਵੱਲ ਝਾਕਿਆ ਅਤੇ ਸਲਾਮ ਆਪਾ ਆਖਦਾ ਗਫੂਰ ਮੇਰੇ ਪੈਰਾਂ ਵੱਲ ਝੁਕਿਆ। ਬਸ ਮੈਂ ਉਹਦੇ ਦੋਵੇਂ ਹੱਥ ਫੜ ਕੇ ਆਖਿਆ ਕਿ ਕੁਰਸੀ 'ਤੇ ਬੈਠ ਜਾ। ਉਹ ਝਕਦਾ ਕੁਰਸੀ 'ਤੇ ਬੈਠ ਗਿਆ। ਫਿਰ ਜਿਵੇਂ ਉਹ ਪੁਰਾਣੇ ਦਿਨਾਂ 'ਚ ਪਹੁੰਚ ਗਿਆ ਅਤੇ ਆਖਣ ਲੱਗਾ, ਬਾਬਾ ਜੀ ਨੇ ਮੈਨੂੰ ਆਖਿਆ ਸੀ ਕਿ ਟਿਕਾ ਹੋਏ ਤੇ ਮੈਂ ਤੈਨੂੰ ਆ ਕੇ ਲੈ ਜਾਵਾਂਗਾ, ਪਰ ਲੈਣ ਕਿਉਂ ਨਾ ਆਇਆ? ਉੱਥੇ ਪਿੰਡ ਆਪਣਾ ਕੌਣ ਹੈ? ਵੀਰਾ ਤਾਂ ਬੜਾ ਅਫਸਰ ਲੱਗ ਗਿਆ ਹੋਣਾ। ਮਾਂ ਜੀ ਤਾਂ ਹੁਣ ਬੁੱਢੀ ਹੋ ਗਈ ਹੋਣੀ ਹੈ ਅਤੇ ਮੇਰੀ ਮੰਗੋ ਕੱਟੀ। ਬਾਪੂ ਜੀ ਅਜੇ ਵੀ ਉਵੇਂ ਹੀ ਸ਼ਰਾਬ ਪੀਂਦੇ ਹੋਣੇ ਨੇ। ਮੈਨੂੰ ਚੁੱਪ ਜੀ ਦੇਖ ਕੇ ਉਹ ਜਿਵੇਂ ਵਰਤਮਾਨ 'ਚ ਪਰਤ ਆਇਆ। ਮੈਂ ਆਖਿਆ, ਉੱਥੇ ਹੁਣ ਪਿੰਡ ਆਪਣਾ ਕੋਈ ਨਹੀਂ ਰਹਿੰਦਾ। ਵੀਰਾ, ਬਾਬਾ ਜੀ ਵੀ ਚਲੇ ਗਏ ਨੇ, ਮਾਂ ਜੀ ਅਤੇ ਬਾਪੂ ਜੀ ਵੀ ਰੱਬ ਕੋਲ। ਇਹ ਸੁਣ ਕੇ ਉਹਨੂੰ ਇੱਕ ਝਟਕਾ ਜਿਹਾ ਲੱਗਿਆ। ਜ਼ਰਾ ਕੁਝ ਚੁੱਪ ਰਹਿਣ ਮਗਰੋਂ ਫਿਰ ਮੈਂ ਪੁੱਛਿਆ, ਤੇਰੇ ਅੰਮੀ ਅੱਬਾ ਦਾ ਕੀ ਹਾਲ ਹੈ? ਅੰਮੀ ਤਾਂ ਮੇਰੀ ਰਾਹ 'ਚ ਹੀ ਕਿਧਰੇ ਖੋ ਗਈ ਸੀ। ਸਾਡੇ ਕਾਫਲੇ 'ਤੇ 2 ਵਾਰੀ ਹਮਲਾ ਹੋਇਆ ਸੀ। ਪਤਾ ਨਹੀਂ ਅੰਮੀ ਮਾਰਤੀ ਜਾਂ ਭਗਦੌੜ ਵਿੱਚ ਹੀ ਕਿਧਰੇ ਮਰ ਗਈ ਅਤੇ ਅੱਬਾ ਇੱਧਰ ਆ ਕੇ ਤਾਪ ਚੜ੍ਹ ਕੇ ਮਰ ਗਿਆ। ਗਫੂਰ ਇਉਂ ਦੱਸ ਰਿਹਾ ਸੀ ਜਿਵੇਂ ਕਿਸੇ ਹੋਰ ਹੀ ਜ਼ਮਾਨੇ ਦੀਆਂ ਗੱਲਾਂ ਕਰ ਰਿਹਾ ਹੋਵੇ। ਕੁਝ ਚਿਰ ਚੁੱਪ ਰਹਿਣ ਮਗਰੋਂ ਮੈਂ ਪੁੱਛਿਆ, ਫਿਰ ਤੇਰਾ ਆਰ ਪਰਿਵਾਰ?
ਇੱਧਰ ਆ ਕੇ ਸਾਨੂੰ ਕੁੜੀਆਂ ਦੀ ਛੱਤ ਵਾਲਾ ਨਿੱਕਾ ਜਿਹਾ ਘਰ ਮਿਲਿਆ ਸੀ। ਇੱਧਰ ਆ ਕੇ ਸਾਨੂੰ ਕੜੀਆਂ ਦੀ ਛੱਤ ਵਾਲਾ ਨਿੱਕਾ ਜਿਹਾ ਘਰ ਮਿਲਿਆ ਸੀ। ਵੱਡੇ ਵੱਡੇ ਘਰ ਤਾਂ ਵੱਡੇ ਵੱਡੇ ਲੋਕਾਂ ਨੇ ਸਾਂਭ ਲਏ ਸਨ। ਜਦੋਂ ਅੱਬਾ ਮਰਿਆ ਸੀ ਤੇ ਮੈਂ ਘਰ ਆ ਕੇ ਰੋਂਦਾ ਰਿਹਾ। ਅਗਲੀ ਸਵੇਰ ਮੈਂ ਫੇਰ ਅੱਬਾ ਦੀ ਕਬਰ 'ਤੇ ਚਲਾ ਗਿਆ ਤੇ ਰੋਣ ਲੱਗ ਪਿਆ। ਇਸ ਵੇਲੇ ਉੱਧਰੋਂ ਬੜੇ ਮੀਆਂ ਜੀ ਲੰਘ ਰਹੇ ਸੀ। ਮੈਨੂੰ ਦੇਖ ਕੇ ਮੇਰੇ ਕੋਲ ਆਏ ਤੇ ਮੈਨੂੰ ਆਪਣੇ ਘਰ ਲੈ ਗਏ। ਉਹਨਾਂ ਦਾ ਵੱਡਾ ਸਾਰਾ ਘਰ ਹੈ, ਬਹੁਤ ਲੋਕ ਰਹਿੰਦੇ ਨੇ ਉੱਥੇ, ਕਈ ਨੌਕਰ ਚਾਕਰ ਨੇ। ਉਦੋਂ ਤਾਂ ਮੈਂ ਉਹਨਾਂ ਕੋਲ ਹੀ ਰਹਿੰਦਾ। ਨਿੱਕੇ ਮੋਟੇ ਕੰਮ ਕਾਰ ਛੱਡਦਾ, ਰੋਟੀ ਖਾ ਛੱਡਦਾ, ਹੋਰ ਪੈਸਾ ਟਕਾ ਲੈ ਕੇ ਮੈਂ ਕਰਨਾ ਵੀ ਕੀ ਹੈ। ਮੈਂ ਇੱਕ ਬਾਬਾ ਜੀ ਨੂੰ ਚਿੱਠੀ ਪਾਈ ਸੀ ਤੇ ਤੈਂ ਉਸ ਉੱਪਰ ਸਿਰਨਾਮਾ ਇੰਨਾ ਹੀ ਲਿਖਿਆ ਸੀ, ਪਟਿਆਲੇ ਵਾਲਿਆਂ ਦੇ ਘਰ, ਪਿੰਡ ਰੱਬੋਂ, ਜ਼ਿਲ੍ਹਾ ਲੁਧਿਆਣਾ, ਬਾਬਾ ਜੀ ਨੂੰ ਮਿਲੇ। ਉਹ ਚਿੱਠੀ ਤੇ ਆਪਣੇ ਪਿੰਡ ਬਾਰੇ ਲਾਹੌਰ ਦੇ ਨੇੜੇ ਹੀ ਹੈ ਸਾਡੇ ਪਿੰਡੋਂ ਲਿਖਿਆ ਹੋਇਆ ਸੀ। ਉਹ ਚਿੱਠੀ ਰੁਲਦੀ ਖੁੱਲਦੀ ਬੜਾ ਚਿਰ ਪਿੱਛੋਂ ਪਿੰਡ ਪਹੁੰਚੀ ਤੇ ਉੱਥੇ ਵੀ ਭਗਤੂ ਦੇ ਘਰ ਪਈ ਰਹੀ। ਖਾਸੇ ਚਿਰ ਮਗਰੋਂ ਜਦੋਂ ਭਗਤੂ ਜ਼ਮੀਨ ਦਾ ਠੇਕਾ ਦੇਣ ਆਇਆ ਤਾਂ ਦੇ ਗਿਆ ਸੀ। ਉੱਤੇ ਬਸ ਤੂੰ ਇੰਨਾ ਹੀ ਲਿਖਿਆ ਸੀ, ਬਾਬਾ ਜੀ ਮੈਨੂੰ ਆ ਕੇ ਲੈ ਜਾਓ। ਬਾਬਾ ਜੀ ਤਾਂ ਰਹੇ ਨਹੀਂ। ਇਹ ਸੁਣ ਕੇ ਗਫੂਰ ਜਿਵੇਂ ਨਿੰਮੋ ਝੂਣਾ ਜਿਹਾ ਹੋ ਗਿਆ। ਮੈਂ ਉਹਨੂੰ ਦੱਸਿਆ ਅੱਜ ਕਾਨਫਰੰਸ ਖਤਮ ਹੋ ਜਾਣੀ ਹੈ ਤੇ ਆਥਣ ਦੀ ਗੱਡੀ ਅਸੀਂ ਸਾਰੇ ਸਟੇਸ਼ਨ ਤੋਂ ਹਿੰਦੁਸਤਾਨ ਜਾਣ ਵਾਲੀ ਗੱਡੀ ਫੜ ਲਵਾਂਗੇ। ਫਿਰ ਮੈਂ ਪਰਸ 'ਚੋਂ 1000 ਰੁਪਏ ਦੇ ਨੋਟ ਕੱਢੇ ਤੇ ਉਹਨੂੰ ਦਿੰਦਿਆਂ ਆਖਿਆ ਕਿ ਤੂੰ ਰੱਖ ਲੈ। ਲੈ ਹੈ ਕਮਲੀ, ਕੁੜੀਆਂ ਤੋਂ ਵੀ ਕੋਈ ਕੁਛ ਲੈਂਦਾ ਹੁੰਦਾ। ਨੋਟ ਵਾਪਸ ਕਰਦਿਆਂ ਉਹਨੇ ਆਖਿਆ, ਨਹੀਂ ਰੱਖ ਲੈ। ਮੈਂ ਆਖਿਆ ਪਰ ਉਹ ਨਾ ਮੰਨਿਆ। ਆਥਣ ਹੋ ਚੱਲੀ ਸੀ। ਉਹਨੇ ਜਾਣ ਦੀ ਆਗਿਆ ਮੰਗੀ ਕਿਉਂਕਿ ਆਖਰੀ ਬੱਸ ਆਪਣੇ ਪਿੰਡ ਨੂੰ ਜਾਣ ਵਾਲੀ ਉਹਨੇ ਪਕੜਨੀ ਸੀ। ਉਹਦੇ ਜਾਣ ਮਗਰੋਂ ਕੁਝ ਸਮੇਂ ਬਾਅਦ ਹਰਜਿੰਦਰ ਮੁੜ ਕੇ ਆਈ ਤਾਂ ਉਹਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਉਹਦੇ ਜਾਣ ਮਗਰੋਂ ਕੁਝ ਸਮੇਂ ਬਾਅਦ ਹਰਜਿੰਦਰ ਮੁੜ ਕੇ ਆਈ ਤਾਂ ਉਹਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋ ਮੱਲੀ ਤੋਹਫੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਵੀ ਜਦੋਂ ਕਦੇ ਇੱਥੇ ਆਏ ਤਾਂ ਅਸੀਂ ਇਹਨਾਂ ਸਾਰਿਆਂ ਲਈ ਕੁਛ ਨਾ ਕੁਛ ਲੈ ਕੇ ਆਵਾਂਗੇ। ਤੌਸੀਫ ਨੂੰ ਨਾਲ ਲਿਜਾ ਕੇ ਜਦੋਂ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈਸ ਵਿੱਚ ਹੈ, ਉੱਥੇ ਆ ਜਾਇਓ। ਮੈਂ ਸੋਚਿਆ ਘਰੇ ਵਹੁਟੀ ਦੀ ਖੇਚਲ ਬਚਾਉਣ ਲਈ ਖਾਣਾ ਮੈਸ ਵਿੱਚ ਕਰ ਦਿੱਤਾ ਹੋਣਾ। ਉੱਥੇ ਪਹੁੰਚੇ ਪਤਾ ਲੱਗਾ ਕਰਨਲ ਨੇ 100-150 ਲੋਕਾਂ ਨੂੰ ਖਾਣੇ 'ਤੇ ਬੁਲਾਇਆ ਸੀ। ਬਹੁਤ ਸਾਰੇ ਵਿੱਚੋਂ ਟਿਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ। ਪਤਾ ਲੱਗਿਆ ਇੱਧਰ ਪਾਕਿਸਤਾਨ 'ਚ ਟਿਵਾਣੇ ਬਹੁਤ ਹਨ। ਮੈਂ ਕਰਨਲ ਟਿਵਾਣੇ ਨੂੰ ਆਖਿਆ, ਅਸੀਂ ਤਾਂ ਗ੍ਰੇਟਫੁੱਲ ਹਾਂ ਇਸ ਟਿਵਾਣੇ ਦੇ ਜਿਹੜਾ ਕੰਮ ਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ। ਉਹ ਮੇਰੀ ਗੱਲ ਸੁਣ ਕੇ ਹੱਸਿਆ, ਕਹਿਣ ਲੱਗਾ, ਆਪਾਂ ਜਾਣਦੇ ਹੋ ਕੌਣ ਹੈ? ਪੰਜਾਬ ਦਾ ਸਭ ਤੋਂ ਅਮੀਰ ਬੰਦਾ, 400 ਏਕੜ ਭੋਏ ਦਾ ਇਕੱਲਾ ਮਾਲਕ। ਸਭ ਤੋਂ ਮਹਿੰਗੀ ਕਾਰ ਪੰਜਾਬ 'ਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਹੈ। ਆਪਣੇ ਗਾਰਡਾਂ ਤੋਂ ਬਿਨਾਂ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ 'ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦਾ ਹੈ ਕਿ ਕੋਈ ਇਹਨੂੰ ਪਛਾਣ ਨਾ ਲਵੇ। ਉੱਥੇ ਜਦੋਂ ਅਸੀਂ ਸਾਰੇ ਹੋਟਲ 'ਚ ਤੁਹਾਨੂੰ ਮਿਲਣ ਗਏ ਸੀ ਤਾਂ ਉਹਨੇ ਆਪ ਹੀ ਆਖਿਆ ਸੀ ਕਿ ਆਪਾਂ ਜਿੰਨੇ ਦਿਨ ਇੱਥੇ ਰਹਿਣਗੇ ਮੈਂ ਇਹਨਾਂ ਨਾਲ ਰਹਾਂਗਾ। ਡਿਨਰ ਤੋਂ ਮਗਰੋਂ ਤੌਸੀਫ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ। ਉੱਥੇ ਸੜਕ ਦੇ ਦੋਹੀਂ ਪਾਸੇ ਖਾਣ ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਬਾਰ-ਬਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖ ਰਹੇ ਸਨ, ਤੁਸੀਂ ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ, ਅਸੀਂ ਪੈਸੇ ਕੋਈ ਨਹੀਂ ਲੈਣੇ। ਤੁਸੀਂ ਸਾਡੇ ਭੈਣ ਭਾਈ ਉੱਧਰਲੇ ਪੰਜਾਬ ਤੋਂ ਆਏ ਹੋ। ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸ ਮਲਾਈ, ਕਦੇ ਗਰਮ-ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ 'ਚ ਪਾ ਕੇ ਕਾਹਲੀ ਲੈ ਆਉਂਦੇ ਤੇ ਮਿੰਨਤਾਂ ਵਾਂਗ ਆਖਦੇ, ਜ਼ਰੂਰ ਕੁਛ ਨਾ ਕੁਛ ਖਾ ਲਓ। ਉਹਨਾਂ ਨੂੰ ਇਉਂ ਦੇਖ ਕੇ ਲੱਗਦਾ ਸੀ ਜਿਵੇਂ ਅਸੀਂ ਉਹਨਾਂ ਨੂੰ ਮਸਾਂ ਮਿਲੇ ਹੋਈਏ। ਅਗਲੇ ਦਿਨ ਬਾਕੀ ਪੰਜਾਬੀਆਂ ਦੇ ਨਾਲ ਜਦੋਂ ਮੈਂ ਸਟੇਸ਼ਨ 'ਤੇ ਪਹੁੰਚੀ ਤਾਂ ਪਹਿਲਾਂ ਹੀ ਗਫੂਰ ਉੱਥੇ ਖੜ੍ਹਾ ਸੀ। ਮੈਂ ਆਪਣਾ ਅਟੈਚੀ ਕੋਲ ਰੱਖ ਕੇ ਉੱਥੇ ਹੀ ਬੈਠ ਗਈ। ਚਲੋ ਆਪਾਂ ਪਹਿਲਾਂ ਤੁਹਾਨੂੰ ਸੀਟ 'ਤੇ ਬਿਠਾਵਾਂ, ਉਹਨੇ ਮੇਰਾ ਅਟੈਚੀ ਚੁੱਕਦਿਆਂ ਆਖਿਆ। ਗੱਡੀ ਨੇੜੇ ਹੀ ਖੜ੍ਹੀ ਸੀ। ਉਹ ਗੱਡੀ ਦੇ ਅੰਦਰ ਜਾ ਕੇ ਬਾਰੀ ਕੋਲ ਦੀ ਸੀਟ 'ਤੇ ਮੈਨੂੰ ਬੈਠਣ ਲਈ ਆਖ ਕੇ ਮੇਰਾ ਅਟੈਚੀ ਉਹਨੇ ਸੀਟ ਦੇ ਉੱਪਰਲੇ ਫੱਟੇ 'ਤੇ ਰੱਖ ਦਿੱਤਾ। ਨਾਲ ਲਿਆਂਦਾ ਲਿਫਾਫਾ ਮੈਨੂੰ ਦੇ ਕੇ ਕਹਿਣ ਲੱਗਾ, ਮੈਂ ਵੱਡੀ ਅੰਮਾ ਨੂੰ ਕਿਹਾ ਸੀ ਕਿ ਹਿੰਦੁਸਤਾਨ ਤੋਂ ਮੇਰੀ ਆਪਾ ਆਈ ਹੈ, ਉਹਦੇ ਲਈ ਇੱਕ ਚੰਗਾ ਜਿਹਾ ਸੂਟ ਲਿਆ ਦੇ। ਫਿਰ ਉਹਨੇ ਜੇਬ 'ਚ ਹੱਥ ਪਾਇਆ, ਕੱਪੜੇ ਦੀ ਥੈਲੀ 'ਚੋਂ ਚਾਂਦੀ ਦੀਆਂ 2 ਚੂੜੀਆਂ ਕੱਢ ਕੇ ਮੈਨੂੰ ਦਿੰਦਾ ਬੋਲਿਆ, ਇਹ ਉੱਧਰੋਂ ਆਉਣ ਵੇਲੇ ਅੰਮੀ ਨੇ ਆਪਣੀ ਬਾਂਹ 'ਚੋਂ ਲਾਹ ਕੇ ਅੱਬਾ ਨੂੰ ਫੜਾਤੀਆਂ ਸੀ। ਇਹ ਉੱਧਰੋਂ ਆਉਣ ਵੇਲੇ ਅੰਮੀ ਨੇ ਆਪਣੀ ਬਾਂਹ 'ਚੋਂ ਲਾਹ ਕੇ ਅੱਬਾ ਨੂੰ ਫੜਾ ਦਿੱਤੀਆਂ ਸੀ। ਉਹਨੇ ਆਪਣੀ ਬਟਨ ਵਾਲੀ ਜੇਬ 'ਚ ਪਾ ਲਈਆਂ ਸਨ ਅਤੇ ਜਦੋਂ ਮਰਿਆ ਉਦੋਂ ਵੀ ਉਹਦੀ ਜੇਬ 'ਚ ਹੀ ਸਨ। ਲੋਕਾਂ ਨੇ ਕੱਢ ਕੇ ਮੈਨੂੰ ਦੇ ਦਿੱਤੀਆਂ। ਪਹਿਲਾਂ ਤਾਂ ਮੈਂ ਕੋਠੜੀ 'ਚ ਰੱਖੀ ਛੱਡੀਆਂ, ਫਿਰ ਮੈਂ ਜਾ ਕੇ ਵੱਡੀ ਅੰਮੀ ਨੂੰ ਫੜਾ ਦਿੱਤੀਆਂ। ਹੋਰ ਤਾਂ ਮੇਰੇ ਕੋਲ ਕੁਛ ਨਹੀਂ, ਇਹ ਆਪਾਂ ਤੂੰ ਲੈ ਲੈ।
ਉਹਨੇ ਹੰਝੂ ਕੇਰਦੀਆਂ ਚੂੜੀਆਂ ਮੈਨੂੰ ਫੜਾ ਦਿੱਤੀਆਂ। ਉਹ ਬਰੀਕ ਜੀਆਂ 2 ਚੂੜੀਆਂ ਲੈ ਕੇ ਮੈਂ ਆਪਣੀ ਬਾਂਹ 'ਚ ਪਾ ਲਈਆਂ। ਗੱਡੀ ਨੇ ਤੁਰਨ ਦੀ ਸੀਟੀ ਮਾਰ ਦਿੱਤੀ। ਉਹ ਕਾਹਲੀ ਨਾਲ ਹੇਠਾਂ ਉਤਰਿਆ ਅਤੇ ਮੇਰੇ ਵਾਲੀ ਬਾਰੀ ਨੂੰ ਹੱਥ ਪਾ ਕੇ ਖਲੋ ਗਿਆ, ਜਿਵੇਂ ਉਹਨੇ ਇਸ ਹੱਥ ਨਾਲ ਹੀ ਗੱਡੀ ਨੂੰ ਰੋਕ ਲੈਣਾ ਹੋਵੇ। ਗੱਡੀ ਹੌਲੀ ਹੌਲੀ ਤੁਰ ਪਈ। ਉਹ ਵੀ ਗੱਡੀ ਦੇ ਨਾਲ ਤੁਰ ਪਿਆ। ਜਦੋਂ ਗੱਡੀ ਤੇਜ਼ ਹੋਈ ਤਾਂ ਉਹਦੇ ਬਾਰੀ ਨਾਲੋਂ ਹੱਥ ਛੁੱਟ ਜਾਣ ਤੋਂ ਪਹਿਲਾਂ ਉਹਨੇ ਭਰੜਾਈ ਆਵਾਜ਼ 'ਚ ਰੋ ਕੇ ਜਿਵੇਂ ਹਾਕ ਮਾਰ ਕੇ ਆਖਿਆ, ਆਪਾ ਮੈਨੂੰ ਵੀ ਆਪਣੇ ਨਾਲ ਲੈ ਚੱਲ। ਗੱਡੀ ਹੋਰ ਤੇਜ਼ ਹੋ ਗਈ। ਬੜੀ ਦੂਰੋਂ ਮੈਂ ਦੇਖਿਆ ਕਿ ਗਫੂਰ ਅਜੇ ਵੀ ਉੱਥੇ ਖੜ੍ਹਾ। ਗੱਡੀ ਹੋਰ ਤੇਜ਼ ਹੋ ਗਈ। ਬੜੀ ਦੂਰੋਂ ਮੈਂ ਦੇਖਿਆ ਕਿ ਗਫੂਰ ਅਜੇ ਵੀ ਉੱਥੇ ਖੜ੍ਹਾ ਗੱਡੀ ਵੱਲ ਝਾਕ ਰਿਹਾ ਸੀ। ਗੱਡੀ ਹੋਰ ਤੇਜ਼ ਹੋ ਗਈ। ਸਾਹਮਣੇ ਸੀਟ 'ਤੇ ਬੈਠੀ ਹਰਜਿੰਦਰ ਕੌਰ ਮੇਰਾ ਹੱਥ ਹਲੂਣ ਕੇ ਮੇਰੇ ਵੱਲ ਝਾਕੀ। ਉਹ ਹੈਰਾਨ ਹੋ ਕੇ ਦੇਖ ਰਹੀ ਸੀ ਕਿ ਮੇਰੀਆਂ ਅੱਖਾਂ ਕਿਉਂ ਭਰ ਆਈਆਂ ਨੇ। ਧੰਨਵਾਦ।